ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅਸੀਂ ਧੰਨਵਾਦ ਕਰਦੇ ਹਾਂ ਪਰਮੇਸ਼ਵਰ ਦਾ ਜੋ ਰੋਜ਼ਮਰਾ ਦੀ ਤਰ੍ਹਾਂ ਸਾਨੂੰ ਜੀਵਨ ਦੇ ਕੇ ਆਪਣੀ ਮਹਿਮਾ ਦੇ ਲਈ ਆਪਣੇ ਰਾਜ ਵਿੱਚ ਚਲਾਉਂਦਾ ਹੈ। ਉਹ ਪਵਿੱਤਰ ਪਰਮੇਸ਼ਰ ਹੈ। ਉਹ ਸਾਡੇ ਲਈ ਪਵਿੱਤਰ ਕੰਮ ਕਰਦਾ ਹੈ ਅਤੇ ਸਾਨੂੰ ਕਦੇ ਨਿਰਾਸ਼ ਨਹੀਂ ਹੁੰਦਾ। ਅੱਜ ਦਾ ਦਿਨ ਉਸ ਦੇ ਵੱਲੋਂ ਮਿਲਿਆ ਹੋਇਆ ਜੈ ਦਾ ਦਿਨ ਹੈ ਜਿਸ ਵਿੱਚ ਪਰਮੇਸ਼ਰ ਦੀ ਮਹਿਮਾ ਅਤੇ ਵਡਿਆਈ ਸਾਡੇ ਜੀਵਨ ਦੇ ਵਿੱਚ ਅਧਿਕਾਈ ਦੇ ਨਾਲ ਹੁੰਦੀ ਹੈ। ਔਰ ਅੱਜ ਦਾ ਜੋ ਵਚਨ ਮੈਂ ਆਪ ਦੇ ਅੱਗੇ ਲੈ ਕੇ ਆ ਰਿਹਾ ਹਾਂ ਉਹ ਪਰਮੇਸ਼ਰ ਦੀ ਵਡਿਆਈ ਨੂੰ ਅਤੇ ਪਰਮੇਸ਼ਰ ਦੀ ਉਸਤਤ ਨੂੰ ਸਾਡੇ ਜੀਵਨ ਦੇ ਵਿੱਚ ਪ੍ਰਗਟ ਕਰਦਾ ਹੈ। ਇਸ ਤੋਂ ਪਹਿਲਾਂ ਕਿ ਅਸੀਂ ਇਸ ਵਚਨ ਵੱਲ ਜਾਈਏ, ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ ਕਿ ਤੁਸੀਂ ਸਾਨੂੰ ਅੱਜ ਦੇ ਦਿਨ ਜੈ ਦੇ ਦਿਨ ਵਿੱਚ ਲੈ ਕੇ ਆਏ ਹੋ। ਇਹ ਜੈ ਦਾ ਦਿਨ ਤੇਰੀ ਮਹਿਮਾ ਅਤੇ ਤੇਰੀ ਵਡਿਆਈ ਦਾ ਹੈ। ਤੇਰੇ ਅੱਗੇ ਧੰਨਵਾਦ ਦੀਆਂ ਭੇਟਾਂ ਅਤੇ ਤੇਰੇ ਕੀਤੇ ਹੋਏ ਉਪਕਾਰਾਂ ਦਾ ਤੈਨੂੰ ਪਰਮੇਸ਼ਰ ਦਾ ਸਿਜਦਾ ਕਰਨ ਦਾ ਹੈ। ਇਸ ਲਈ ਜੋ ਵੀ ਅਸੀਂ ਤੇਰੇ ਵਚਨ ਦੇ ਰਾਹੀਂ ਤੇਰੀ ਵਡਿਆਈ ਅਤੇ ਤੇਰੀ ਮਹਿਮਾ, ਤੇਰੀ ਸਿਜਦਾ ਕਰੀਏ, ਉਹ ਆਪ ਨੂੰ ਪ੍ਰਵਾਨ ਹੋ ਸਕੇ ਔਰ ਆਪ ਦਾ ਨਾਮ ਉੱਚਾ ਹੋਵੇ। ਇਸ ਨੂੰ ਸੁਣਨ ਦੇ ਲਈ ਔਰ ਪਰਮੇਸ਼ਰ ਦਾ ਬੋਲਣ ਦੇ ਲਈ, ਆਪਣੇ ਵਚਨ ਦੇ ਪਰਮੇਸ਼ਰ ਦਾ ਭੇਤਾਂ ਦਾ, ਪਰਮੇਸ਼ਰ ਦਾ ਗਿਆਨ ਸਾਨੂੰ ਦੇਣ ਦੇ ਲਈ ਸਾਡੀ ਮਦਦ ਕਰ, ਤਾਂ ਕਿ ਤੇਰਾ ਆਤਮਾ ਸਾਡੇ ਵਿੱਚ ਇਹ ਸਾਰੀਆਂ ਗੱਲਾਂ ਨੂੰ ਤੇਰੀ ਭਗਤੀ ਦੇ ਲਈ ਆਪ ਦੇ ਅੱਗੇ ਅਰਪਿਤ ਹੋਣ ਵਾਲਾ ਵਚਨ ਸਮਰਪਿਤ ਹੋਣ ਦੇ ਲਈ ਸਾਡੀ ਮਦਦ ਕਰੇ। ਸਾਰਾ ਆਦਰ ਮਾਨ ਆਪ ਨੂੰ ਦਿੰਦੇ ਹੋਏ ਇਹ ਬੇਨਤੀ ਮੁਕਤੀ ਦਾ ਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੇਨ। ਅੱਜ ਦਾ ਜੋ ਵਚਨ ਮੈਂ ਲਿਆ ਹੈ ਉਹ ਲਿਆ ਹੈ ਕਹਾਵਤਾਂ ਦੀ ਪੁਸਤਕ, ਉਸ ਦਾ 30 ਅਧਿਆਏ, ਉਸ ਦੀ 8 ਆਇਤ ਵਿੱਚੋਂ। ਇੱਥੇ ਪਰਮੇਸ਼ਰ ਦਾ ਦਾਸ ਆਗੂਰ ਇਸ ਤਰ੍ਹਾਂ ਆਖਦਾ ਹੈ, ਮਿੱਥਿਆ ਅਤੇ ਝੂਠ ਨੂੰ ਮੈਥੋਂ ਦੂਰ ਕਰ ਦੇ, ਮੈਨੂੰ ਨਾ ਤਾਂ ਗਰੀਬੀ ਨਾ ਧਨ ਦੇ, ਮੇਰੀ ਲੋੜ ਜੋਗੀ ਰੋਟੀ ਮੈਨੂੰ ਖਿਲਾ। ਮਿੱਥਿਆ ਤੇ ਝੂਠ ਨੂੰ ਮੈਥੋਂ ਦੂਰ ਕਰ ਦੇ, ਮੈਨੂੰ ਨਾ ਤਾਂ ਗਰੀਬੀ ਨਾ ਧਨ ਦੇ, ਮੇਰੀ ਲੋੜ ਜੋਗੀ ਰੋਟੀ ਮੈਨੂੰ ਖਿਲਾ। ਪਰਮੇਸ਼ਰ ਦਾ ਜਿਹੜਾ ਵਚਨ ਹੈ ਉਹ ਸਾਡੇ ਜੀਵਨ ਦੇ ਵਿੱਚ ਪਰਮੇਸ਼ਰ ਦੇ ਅੰਦਰ ਦੇ ਗੂੜ ਭੇਤਾਂ ਨੂੰ ਸਾਡੇ ਵਿੱਚ ਪ੍ਰਗਟ ਕਰਦਾ ਹੈ, ਉਸ ਦੀ ਉਸਤਤ ਅਤੇ ਉਸ ਦੀ ਮਹਿਮਾ ਦੇ ਲਈ। ਆਗੂਰ ਦਾ ਵਚਨ ਕਾਫੀ ਸਮੇਂ ਪਹਿਲਾਂ ਲਿਖਿਆ ਗਿਆ, ਸਾਡੇ ਜੀਵਨ ਦੀ ਅੰਦਰ ਦੀ ਗੱਲ ਨੂੰ ਜੋ ਪਰਮੇਸ਼ਰ ਕਰਦਾ ਹੈ, ਉਸ ਦੀ ਤ੍ਰਿਪਤੀ ਕਰਦਾ ਹੈ, ਉਸ ਨੂੰ ਪਰਮੇਸ਼ਰ ਦੇ ਪ੍ਰਤੀ ਧੰਨਵਾਦ ਦੇਣ ਦੇ ਲਈ ਪ੍ਰਸਤੁਤ ਕਰਦਾ ਹੈ। ਔਰ ਇਸ ਦਾ ਜੋ ਸਬਜੈਕਟ ਹੈ ਧੰਨਵਾਦ ਦੇ ਨਾਲ ਆਤਮਾ ਦਾ ਧਨ। ਆਤਮਾ ਦਾ ਧਨ, ਆਤਮਾ ਦਾ ਧਨ ਸਾਡੇ ਕੋਲ ਪਾਪ ਨੇ ਖੋਹ ਲਿਆ ਸੀ। ਜਦੋਂ ਆਦਮ ਅਤੇ ਹਵਾ ਨੇ ਪਾਪ ਕੀਤਾ ਤਾਂ ਸਾਡੇ ਕੋਲ ਉਹ ਆਤਮਾ ਦਾ ਜਿਹੜਾ ਗਿਆਨ ਦਾ, ਆਤਮਾ ਦਾ, ਪਰਮੇਸ਼ਰ ਦੀ ਬੁੱਧੀ ਦਾ, ਪਰਮੇਸ਼ਰ ਦੀ ਸਮਝ ਦਾ, ਗਿਆਨ ਦਾ ਸਾਡੇ ਕੋਲ ਫਲ ਸੀ, ਉਹ ਧਨ ਖੋਹ ਲਿੱਤਾ ਗਿਆ ਸੀ। ਪਰ ਅਸੀਂ ਧੰਨਵਾਦ ਕਰਦੇ ਹਾਂ ਪਰਮੇਸ਼ਰ ਦਾ, ਸਾਨੂੰ ਮੁੜ ਉਸ ਆਤਮਾ ਦੇ ਧਨ ਨੂੰ ਪ੍ਰਾਪਤ ਕਰਨ ਦੇ ਲਈ ਪਰਮੇਸ਼ਰ ਨੇ ਮੇਰੇ ਅਤੇ ਆਪ ਦੇ ਜੀਵਨ ਦੇ ਵਿੱਚ ਮਸੀਹ ਯਸੂ ਦੇ ਰਾਹੀਂ ਕਲਵਰੀ ਕਰੂਸ ਦੇ ਉੱਤੇ ਖਾਰਜ ਕੀਤਾ। ਉਹ ਆਤਮਾ ਦਾ ਧਨ ਜਿਹੜਾ ਅਸੀਂ ਖੋ ਚੁੱਕੇ ਸੀ, ਉਸ ਦੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਅਸੀਂ ਪ੍ਰਾਪਤ ਕਰ ਸਕੇ। ਮੈਂ ਇੱਕ ਗੱਲ ਆਪ ਨੂੰ ਦੱਸਣਾ ਚਾਹੁੰਦਾ ਹਾਂ। ਜਦੋਂ 2012 ਦੇ ਵਿੱਚ ਇੱਕ ਬਹੁਤ ਵੱਡੀ ਗੱਲ, ਘਟਨਾ ਨਿਊਜ਼ਪੇਪਰ ਦੇ ਵਿੱਚ ਆਈ ਸੀ। ਉਸ ਦੇ ਵਿੱਚ ਅਮਰੀਕਨ ਲੋਕਾਂ ਨੇ 2012 ਦੇ ਵਿੱਚ ਉਸ ਦੇ ਸ਼ੁਰੂ ਦੇ ਵਿੱਚ 640 ਲੱਖ ਡਾਲਰ ਦਾ ਵੱਡਾ ਇਨਾਮ ਜਿੱਤਣ ਦੀ ਆਸ ਦੇ ਵਿੱਚ ਅਮਰੀਕੀ ਲੋਕਾਂ ਨੇ ਲਾਟਰੀ ਟਿਕਟਾਂ ਉੱਤੇ ਲਗਭਗ
1.5 ਅਰਬ ਡਾਲਰ ਖਰਚ ਕਰ ਦਿੱਤੇ। ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ 176 ਲੱਖ ਵਿੱਚ ਇੱਕ ਵਿਅਕਤੀ ਨੂੰ ਜਿੱਤਣ ਦੀ ਸੰਭਾਵਨਾ ਸੀ, ਪਰ ਲੋਕ ਫਿਰ ਵੀ ਉੱਤਰ ਨੂੰ ਭੱਜੇ ਜਾ ਰਹੇ ਸੀ ਔਰ ਰੁਕ ਨਹੀਂ ਰਿਹਾ ਸੀ, ਥੰਮ ਨਹੀਂ ਰਿਹਾ ਸੀ। ਔਰ ਲੋਕ ਧਨੀ ਬਣਨ ਦੀ ਚਾਹ ਵਿੱਚ ਕਰਿਆਨੇ ਦੀਆਂ ਦੁਕਾਨਾਂ, ਪੈਟਰੋਲ ਪੰਪਾਂ ਉੱਤੇ, ਕੈਫੇ ਦੀ ਲਾਈਨ ਵਿੱਚ ਖੜੇ ਹੋ ਕੇ ਟਿਕਟ ਖਰੀਦ ਰਹੇ ਸੀ। ਮੈਂ ਜਦੋਂ ਇਸ ਖਬਰ ਨੂੰ ਸੁਣਿਆ ਬੜਾ ਹੀ ਹੈਰਾਨ ਹੋਇਆ ਅਤੇ ਇਹ ਗੱਲ ਮੈਨੂੰ ਇਸ ਵਚਨ ਦੇ ਵਿੱਚ ਲੈ ਕੇ ਆ ਗਈ ਕਿ ਇਸ ਗੱਲ ਨੇ ਮੈਨੂੰ ਸੋਚਣ ਦੇ ਲਈ ਅੰਦਰੋਂ ਮਜਬੂਰ ਕੀਤਾ ਕਿ ਪੈਸਾ ਸਾਡੀਆਂ ਸਮੱਸਿਆਵਾਂ ਨੂੰ ਸੁਲਝਾ ਦੇਵੇਗਾ ਜਾਂ ਸਾਡੇ ਜੀਵਨਾਂ ਨੂੰ ਸੁਧਾਰ ਦੇਵੇਗਾ ਜਾਂ ਸਾਨੂੰ ਮੁਕਤੀ ਦੇ ਦੇਵੇਗਾ ਜਾਂ ਅਸੀਂ ਪਾਪ ਤੋਂ ਮੁਕਤ ਹੋ ਕੇ ਪਰਮੇਸ਼ਰ ਕੋਲ ਚਲੇ ਜਾਵਾਂਗੇ। ਇਹ ਗੱਲ ਦੇ ਉੱਤੇ ਮੈਂ ਕਾਫੀ ਵਿਚਾਰ ਕਰਦਾ ਰਿਹਾ, ਕਾਫੀ ਧਿਆਨ ਕਰਦਾ ਰਿਹਾ। ਤਦ ਮੈਨੂੰ ਕਹਾਵਤਾਂ ਦਾ ਇਹ ਵਚਨ ਮੇਰੇ ਜੀਵਨ ਦੇ ਵਿੱਚ ਆਇਆ। ਬਾਈਬਲ ਦੇ ਵਿੱਚ ਅਗੂਰ ਨਾਮੇ ਮਨੁੱਖ ਜਦ ਪਰਮੇਸ਼ਰ ਤੋਂ ਆਪਣੀ ਮੌਤ ਤੋਂ ਪਹਿਲਾਂ ਬੇਨਤੀ ਪੂਰੀ ਕਰਨ ਲਈ ਕਿਹਾ ਕਿ ਉਸ ਦਾ ਧਨ ਦੇ ਪ੍ਰਤੀ ਇੱਕ ਅਲੱਗ ਹੀ ਦ੍ਰਿਸ਼ਟੀਕੋਣ ਸੀ, ਇੱਕ ਅਲੱਗ ਦ੍ਰਿਸ਼ਟੀਕੋਣ। ਸਭ ਤੋਂ ਪਹਿਲਾਂ ਉਹਨੇ ਕਿਹਾ ਕਿ ਜੀਵਨ ਦੇ ਵਿੱਚ ਵਿਅਰਥ ਅਤੇ ਝੂਠੀ ਗੱਲ ਮੈਥੋਂ ਦੂਰ ਰੱਖ। ਜਦੋਂ ਅਸੀਂ ਕਹਾਵਤਾਂ 8 ਦਾ ਪਹਿਲੀ ਗੱਲ ਪੜ੍ਹਦੇ ਹਾਂ ਕਿ ਮਿੱਥਿਆ ਤੇ ਝੂਠ ਮੈਥੋਂ ਦੂਰ ਕਰ ਦੇ, ਮਤਲਬ ਉਹ ਸਾਫ਼ ਕਹਿ ਰਿਹਾ ਹੈ ਵਿਅਰਥ ਅਤੇ ਝੂਠੀ ਗੱਲ ਨੂੰ ਮੈਥੋਂ ਦੂਰ ਰੱਖ। ਅਤੇ ਉਸ ਵਿੱਚ ਸੱਚਾਈ ਦੀ, ਨਿਸ਼ਠਾ ਦੀ ਚਿੰਤਾ ਬਗੈਰ ਜੀਵਨ ਜੀਣ ਦੀ ਕੁੰਜੀ ਸੀ। ਜਦ ਸਾਡੇ ਕੋਲ ਛੁਪਣ ਦੇ ਲਈ ਕੁਝ ਨਹੀਂ ਹੁੰਦਾ, ਅਸੀਂ ਭੈ ਭੀਤ ਨਹੀਂ ਹੁੰਦੇ। ਧੋਖਾ ਸਾਨੂੰ ਦਾਸ ਬਣਾ ਦਿੰਦਾ ਹੈ ਅਤੇ ਸੱਚਾਈ ਸਾਨੂੰ ਆਜ਼ਾਦ ਕਰ ਦਿੰਦੀ ਹੈ। ਇਹੀ ਯਹੋਨਾ ਨੇ ਕਿਹਾ ਸੀ, ਸੱਚ ਨੂੰ ਜਾਣੋ ਤਾਂ ਸੱਚ ਤੁਹਾਨੂੰ ਆਜ਼ਾਦ ਕਰ ਦੇਵੇਗਾ। 6:32 ਦੇ ਵਿੱਚ ਯਹੋਨਾ। ਪਰ ਅੱਜ ਲੋਕ ਉਸ ਆਤਮਿਕ ਧਨ ਨੂੰ ਪ੍ਰਾਪਤ ਕਰਨ ਦੀ ਬਜਾਏ ਸਰੀਰਕ ਧਨ ਪਾਉਣ ਦੇ ਲਈ ਦੌੜ ਦੇ ਵਿੱਚ ਦੌੜ ਰਹੇ ਆ ਕਿ ਮੈਂ ਕਿੰਨਾ ਵੱਡਾ ਧਨੀ ਬਣ ਜਾਵਾਂ। ਧਨੀ ਬਣਨਾ ਕੋਈ ਬੁਰੀ ਗੱਲ ਨਹੀਂ ਹੈ, ਪਰ ਆਤਮਾ ਦੇ ਵਿੱਚ ਧਨੀ ਬਣਨਾ ਸਭ ਤੋਂ ਉੱਤਮ ਗੱਲ ਹੈ ਜਿਹੜੀ ਪਰਮੇਸ਼ਵਰ ਦੇ ਅੱਗੇ ਸਰਾਈ ਜਾਂਦੀ ਹੈ। ਅਯੂਬ ਆਤਮਾ ਦੇ ਵਿੱਚ ਧਨੀ ਸੀ, ਇਸ ਲਈ ਪਰਮੇਸ਼ਵਰ ਦੇ ਅੱਗੇ ਉਸ ਇਵਲ ਸਪਿਰਿਟ ਨੇ, ਉਸ ਅਬਲੀਸ ਨੇ ਉਸ ਦੇ ਅੱਗੇ ਇਸ ਗੱਲ ਨੂੰ ਰੱਖਿਆ। ਪਰਮੇਸ਼ਵਰ ਨੂੰ ਪਤਾ ਸੀ ਕਿ ਮੇਰਾ ਦਾਸ ਮੇਰੇ ਪ੍ਰਤੀ ਵਫਾਦਾਰ ਹੈ। ਆਤਮਾ ਦੇ ਵਿੱਚ ਧਨੀ ਬਣਨ ਦੇ ਲਈ ਪਰਮੇਸ਼ਵਰ ਦੇ ਇਸ ਵਚਨ ਦੇ ਵੱਲ ਬਹੁਤ ਘੱਟ ਲੋਕ ਹੈ ਜਿਹੜੇ ਆਕਰਸ਼ਿਤ ਹੁੰਦੇ ਨੇ। ਅੱਜ ਹਰ ਕੋਈ ਚਾਹੁੰਦਾ ਹੈ ਕਿ ਮੇਰੇ ਜੀਵਨ ਦੇ ਵਿੱਚ ਧਨ ਇੰਪੋਰਟੈਂਟ ਹੈ, ਜੇ ਧਨ ਨਹੀਂ ਤਾਂ ਮੈਂ ਕੁਝ ਵੀ ਨਹੀਂ ਕਰ ਸਕਦਾ। ਪਰ ਜਦੋਂ ਅਸੀਂ ਮਰਕੁਸ ਦੀ ਅੰਜੀਲ ਦੇ ਵਿੱਚ ਪੜ੍ਹਦੇ ਹਾਂ, ਉਸ ਦੇ 8 ਅਧਿਆਏ ਦੇ ਵਿੱਚ, ਤਾਂ ਪਰਮੇਸ਼ਰ ਪੁੱਤਰ ਕਹਿੰਦਾ ਹੈ ਜੇ ਮਨੁੱਖ ਸਾਰੀ ਧਰਤੀ ਨੂੰ ਕਮਾ ਲਵੇ, ਆਪਣੀ ਜਾਨ ਨੂੰ ਗਵਾ ਦੇਵੇ ਤਾਂ ਕੀ ਲਾਭ? ਕੋਈ ਲਾਭ ਨਹੀਂ ਹੈ। ਇੱਥੇ ਅਗੂਰ ਦੀਆਂ ਗੱਲਾਂ ਦੇ ਵਿੱਚ ਇਹੋ ਗੱਲ ਸਾਨੂੰ ਨਜ਼ਰ ਆ ਰਹੀ ਹੈ। ਦੂਸਰੀ ਗੱਲ ਉਸਨੇ ਕਿਹਾ, ਮੈਨੂੰ ਨਾ ਤਾਂ ਗਰੀਬ
ਕਰ ਅਤੇ ਨਾ ਧਨੀ ਬਣਾ, ਮੇਰੇ ਜੋਗੀ ਰੋਟੀ ਮੈਨੂੰ ਖਿਲਾ। ਜੋ ਮੈਨੂੰ ਮੇਰੇ ਸਰੀਰ ਦੇ ਲਈ ਸਿਰਫ ਮੈਨੂੰ ਉਹ ਖਿਲਾ। ਔਰ ਪ੍ਰਭੂ ਯਿਸੂ ਮਸੀਹ ਦੀ ਜਦੋਂ ਅਸੀਂ ਪ੍ਰਾਰਥਨਾ ਚੇਲਿਆਂ ਨੂੰ ਜਦੋਂ ਸਿਖਾਉਂਦਾ ਆ 6:11 ਦੇ ਵਿੱਚ ਮਤੀ, ਤਾਂ ਉਹ ਕਹਿੰਦਾ ਅੱਜ ਦੀ ਰੋਟੀ ਸਾਨੂੰ ਅੱਜ ਦੇ। ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਅੱਜ ਦਾ ਦੁੱਖ ਸਾਡੇ ਲਈ ਅੱਜ ਹੀ ਕਾਫੀ ਹੈ। ਆਤਮਿਕ ਧਨ ਦੇ ਵਿੱਚ ਅਸੀਂ ਨਾ ਜਾਂਦੇ ਹੋਏ ਅਸੀਂ ਸਰੀਰਕ ਧਨ ਦੇ ਵਿੱਚ ਖੋਜ ਕਰ ਰਹੇ ਹਾਂ। ਉਸ ਦੇ ਲਈ ਦਿਨ ਪ੍ਰਤੀ ਦਿਨ ਯਤਨ ਕਰ ਰਹੇ ਹਾਂ। ਮੈਂ ਇਹ ਨਹੀਂ ਕਹਿੰਦਾ ਗਲਤ ਹੈ, ਪਰ ਆਤਮਾ ਦੀ ਖੋਜ ਤੁਸੀਂ ਕਿੰਨੀ ਕਰ ਰਹੇ ਹੋ? ਆਤਮਾ ਦੇ ਧਨ ਦੀ ਖੋਜ ਕਿੰਨੀ ਕਰ ਰਹੇ ਹੋ? ਜਿਸ ਦੇ ਵਿੱਚ ਸਦਾ ਦਾ ਜੀਵਨ ਹੈ, ਜਿਸ ਵਿੱਚ ਸੱਚੀ ਸ਼ਾਂਤੀ ਹੈ, ਜਿਸ ਵਿੱਚ ਪਰਮੇਸ਼ਰ ਦਾ ਸੱਚਾ ਆਨੰਦ ਹੈ, ਜਿਸ ਵਿੱਚ ਸੱਚੀ ਪਰਮੇਸ਼ਰ ਦੀ ਭਲਾਈ ਹੈ, ਜਿਸ ਵਿੱਚ ਪਰਮੇਸ਼ਰ ਦੀ ਸੱਚੀ ਦਇਆ ਹੈ, ਜਿਸ ਵਿੱਚ ਪਰਮੇਸ਼ਰ ਦਾ ਸੱਚਾ ਸਾਡੇ ਲਈ ਪਿਆਰ ਹੈ। ਅਸੀਂ ਇਹ ਗੱਲਾਂ ਕਰ ਰਹੇ, ਇਹਨਾਂ ਗੱਲਾਂ ਦੇ ਉੱਤੇ ਸਾਡਾ ਧਿਆਨ ਹੈ। ਪਰਮੇਸ਼ਰ ਦੇ ਆਤਮਿਕ ਧਨ ਨੂੰ ਲੱਭਣ ਦੇ ਲਈ ਸਾਨੂੰ ਪਰਮੇਸ਼ਰ ਦੇ ਵਚਨ ਦੇ ਕੋਲ ਜਾਣਾ ਪਏਗਾ। ਔਰ ਪਰਮੇਸ਼ਰ ਦਾ ਵਚਨ ਹੀ ਮੇਰੇ ਲਈ ਆਤਮਿਕ ਧਨ ਹੈ, ਮੇਰੀ ਆਤਮਾ ਦੇ ਲਈ। ਆਤਮਾ ਦਾ ਧਨ ਪਰਮੇਸ਼ਰ ਦਾ ਵਚਨ ਹੈ। ਜਦੋਂ ਅਸੀਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਜਾਣਾ ਹੈ ਤਾਂ ਪਰਮੇਸ਼ਰ ਮੇਰੇ ਸਰੀਰ ਨੂੰ, ਕਿਉਂਕਿ ਇਹ ਸਰੀਰ ਪਰਿਵਰਤਿਤ ਹੋ ਜਾਣਾ ਹੈ, ਫਿਰ ਮੇਰੇ ਕੋਲ ਕੀ ਹੋਏਗਾ? ਇਹ ਵਚਨ ਜੋ ਪਰਮੇਸ਼ਰ ਦਾ ਮੈਨੂੰ ਦਿੱਤਾ ਗਿਆ ਹੈ ਕਿ ਮੈਂ ਇਸ ਵਚਨ ਦੇ ਨਾਲ ਆਤਮਾ ਦੇ ਵਿੱਚ ਭਰਪੂਰ ਹਾਂ। ਪਰਮੇਸ਼ਰ ਦਾ ਵਚਨ, ਪਰਮੇਸ਼ਰ ਦੇ ਅਫਸੀਆਂ ਦੀ ਪੁਸਤਕ, ਜਦੋਂ ਅਸੀਂ ਉਸ ਦੇ 5 ਅਧਿਆਏ ਨੂੰ ਪੜ੍ਹਦੇ ਹਾਂ ਤਾਂ ਉਸ ਵਿੱਚ ਉਹ ਸਾਨੂੰ ਇੱਕ ਗੱਲ ਕਹਿੰਦਾ ਹੈ। ਕੀ ਕਹਿੰਦਾ ਹੈ? ਮੈਂ ਆਪ ਦੇ ਲਈ ਉਹ ਪੜ੍ਹ ਰਿਹਾ ਹਾਂ। ਇੱਥੇ ਜਦੋਂ ਅਸੀਂ ਅਫਸੀਆਂ ਦੀ ਪੁਸਤਕ 5 ਅਧਿਆਏ ਉਸ ਦੀ 18 ਨੂੰ ਪੜ੍ਹਦੇ ਹਾਂ, 18 ਆਇਤ ਨੂੰ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਅਤੇ ਮੈਂ ਨਾਲ ਮਸਤ ਨਾ ਹੋਵੋ ਜਿਹਦੇ ਨਾਲ ਲੁਚਪਣਾ ਹੁੰਦਾ ਹੈ, ਸਗੋਂ ਆਤਮਾ ਨਾਲ ਭਰਪੂਰ ਹੋ ਜਾ। ਆਤਮਾ ਪਰਮੇਸ਼ਰ ਦਾ ਵਚਨ, ਕਿਉਂਕਿ ਆਪਣਾ ਦੂਸਰਾ ਤਿਮੋਥੀਅਸ ਉਸ ਦਾ 3:16 ਵਿੱਚ ਪਰਮੇਸ਼ਰ ਦਾ ਦਾਸ ਪੌਲਸ ਕਹਿੰਦਾ ਹੈ ਸਾਰੀ ਲਿਖਤ ਪਰਮੇਸ਼ਰ ਦੇ ਆਤਮਾ ਤੋਂ ਹੈ। ਔਰ ਇਹ ਲਿਖਤ ਜਿਹੜੀ ਹੈ, ਇਹ ਸਾਰੇ ਪਰਮੇਸ਼ਰ ਦੇ ਅਨਮੋਲ ਵਚਨ ਜਿਹੜੇ ਹੈ, ਇਹ ਮੇਰੀ ਆਤਮਾ ਦਾ ਧਨ ਹੈ। ਇਸ ਲਈ ਤਾਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਧਰਤੀ ਦੇ ਲਈ ਧਨ ਨਾ ਜੋੜੋ, ਸਵਰਗ ਦੇ ਲਈ ਧਨ ਜੋੜੋ। ਸਵਰਗ ਦੇ ਧਨ ਦੇ ਲਈ ਆਪਣੇ ਬਟੂਏ ਬਣਾਓ, ਜਿਸ ਨੂੰ ਨਾ ਤਾਂ ਚੋਰ ਆਪਣਾ ਸੰਨ ਲਾਉਂਦੇ ਨੇ, ਜਿਸ ਨੂੰ ਨਾ ਤਾਂ ਕੀੜਾ ਖਾਂਦਾ, ਜਿਸ ਨੂੰ ਨਾ ਜੰਗਾਲ ਲੱਗਦਾ। ਆਤਮਾ ਦੇ ਧਨ ਨੂੰ। ਔਰ ਇਹ ਆਤਮਾ ਦਾ ਧਨ ਮੈਨੂੰ ਮਿਲਿਆ ਕਿੱਦਾਂ? ਪਰਮੇਸ਼ਰ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਪ੍ਰਭੂ ਯਿਸੂ ਮਸੀਹ ਇਸ ਦੁਨੀਆ ਦੇ ਵਿੱਚ ਮੇਰੇ ਪਾਪੀ ਦੇ ਲਈ ਆਇਆ ਔਰ ਮੇਰੇ ਪਾਪੀ ਨੂੰ ਆਤਮਾ ਦਾ ਧਨ ਦੇਣ ਦੇ ਲਈ ਕਾਲਵਰੀ ਕਰੂਸ ਦੇ ਉੱਤੇ ਮੇਰੇ ਸਾਰੇ ਪਾਪ ਦਾ ਕਰਜ਼ ਚੁਕਾ ਕੇ ਉਸ ਨੇ ਮੇਰੇ ਲਈ ਕਿਹਾ, ਇਹ ਪਿਤਾ ਇਹਨਾਂ ਨੂੰ ਮਾਫ ਕਰ। ਜਿੱਦਾਂ ਹੀ ਉਹਨੇ ਮਾਫ ਕੀਤਾ ਔਰ ਜਿੱਦਾਂ ਹੀ ਮੈਂ ਉਹਦੇ ਕੋਲ ਮਾਫੀ ਮੰਗੀ ਹੈ, ਪਰਮੇਸ਼ਰ ਦੇ ਆਤਮਾ ਨੇ ਮੇਰੇ ਵਿੱਚ ਪ੍ਰਵੇਸ਼ ਕੀਤਾ ਅਤੇ ਇਸ ਵਚਨ ਦੇ ਨਾਲ ਮੇਰੀ ਉਸ ਦੀ ਸੰਗਤ ਹੋ ਗਈ। ਔਰ ਜਿਵੇਂ ਜਿਵੇਂ ਮੈਂ ਇਸ ਵਚਨ ਨੂੰ ਪੜ੍ਹਦਾ ਹਾਂ, ਤਿਵੇਂ ਤਿਵੇਂ ਮੈਂ ਆਤਮਾ ਦੇ ਵਿੱਚ ਭਰਪੂਰ ਹੋ ਜਾਂਦਾ। ਇਹ ਪਰਮੇਸ਼ਰ ਪੁੱਤਰ ਪ੍ਰਭੂ ਯਿਸੂ ਮਸੀਹ ਦੀ ਉਸ ਕੁਰਬਾਨੀ ਦੇ ਨਾਲ ਹੋਇਆ ਜੋ ਪਰਮੇਸ਼ਰ ਨੇ ਮੇਰੇ ਲਈ ਪਹਿਲਾਂ ਤੋਂ ਇੰਤਜ਼ਾਮ ਕੀਤਾ। ਮੈਂ ਉਸ ਦੇ ਨਾਲ ਆਤਮਾ ਦੇ ਵਿੱਚ ਆਪਣੇ ਅੰਦਰ ਧਨ ਇਕੱਠਾ ਕਰ ਸਕਿਆ ਔਰ ਉਸ ਆਤਮਾ ਦੇ ਧਨ ਨੂੰ ਇਕੱਠਾ ਕਰਨ ਦੇ ਲਈ ਪਰਮੇਸ਼ਰ ਨੇ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਨੂੰ ਮੇਰੇ ਲਈ ਦਿੱਤਾ। ਮੈਂ ਉਸ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਦਾ। ਇਸ ਤੋਂ ਵੱਡਾ ਕੋਈ ਹੋਰ ਧਨ ਹੈ ਨਹੀਂ ਜਿਸ ਦੇ ਵਿੱਚ ਮੈਂ ਪਰਮੇਸ਼ਰ ਦੀ ਮਹਿਮਾ ਕਰ ਸਕਾਂ, ਜਿਸ ਦੇ ਵਿੱਚ ਮੈਂ ਪਰਮੇਸ਼ਰ ਦੀ ਵਡਿਆਈ ਕਰ ਸਕਾਂ, ਜਿਸ ਦੇ ਵਿੱਚ ਮੈਂ ਪਰਮੇਸ਼ਰ ਦੇ ਨਾਮ ਨੂੰ ਉੱਚਾ ਕਰ ਸਕਾਂ। ਕਹਿੰਦਾ ਹੈ ਉਹ ਧਨੀ ਹੋ ਕੇ ਕੰਗਾਲ ਹੋ ਗਿਆ ਮੈਨੂੰ ਧਨੀ ਬਣਾਉਣ ਦੇ ਲਈ। ਪਰਮੇਸ਼ਰ ਦੇ ਵਚਨ 2 ਕਰੰਥੀਆਂ 8 ਅਧਿਆਏ ਦੇ ਵਿੱਚ ਇਸ ਗੱਲ ਨੂੰ ਲਿਖਿਆ, ਮੈਨੂੰ
ਧਨੀ ਬਣਾਉਣ ਦੇ ਲਈ ਉਹ ਕੰਗਾਲ ਹੋ ਗਿਆ। ਕੌਣ ਮੇਰੇ ਲਈ ਆਪਣਾ ਕੰਗਾਲ ਹੁੰਦਾ ਹੈ? ਕੌਣ ਮੇਰੇ ਲਈ ਆਪਣਾ ਜੀਵਨ ਦਿੰਦਾ ਹੈ? ਕੌਣ ਮੈਨੂੰ ਆਤਮਾ ਦੇ ਵਿੱਚ ਇਹ ਇੰਨਾ ਧਨੀ ਕਰ ਦਿੰਦਾ ਹੈ ਕਿ ਮੈਨੂੰ ਕਿਸੇ ਗੱਲ ਦੀ ਕਮੀ ਨਹੀਂ ਰਹਿੰਦੀ। ਹਰ ਇੱਕ ਕਮੀ ਨੂੰ ਪਰਮੇਸ਼ਵਰ ਦਾ ਇਹ ਆਤਮਾ, ਪਰਮੇਸ਼ਵਰ ਦੀ ਇਹ ਕੁਰਬਾਨੀ ਦਾ ਨਾਲ ਦਿੱਤਾ ਹੋਇਆ ਧਨ ਮੈਨੂੰ ਹਰ ਇੱਕ ਗੱਲ ਦੇ ਵਿੱਚ ਭਰਪੂਰ ਕਰਦਾ ਔਰ ਮੈਨੂੰ ਕਦੇ ਸ਼ਰਮਿੰਦਾ ਨਹੀਂ ਹੋਣ ਦਿੰਦਾ। ਇਹੋ ਗੱਲ ਤਾਂ ਆਗੂ ਆਪਣਾ ਕਹਿੰਦਾ ਹੈ, ਉਹ ਦੱਸਦਾ ਹੈ ਕਿ ਉਹ ਮੈਨੂੰ ਉਹ ਰੋਟੀ ਖਿਲਾ ਜਿਸ ਦਾ ਮਤਲਬ ਕਿ ਇੰਤਜ਼ਾਮ ਕਰਨ ਵਾਲੇ ਪਰਮੇਸ਼ਰ ਉੱਤੇ ਭਰੋਸਾ ਕਰਨ ਦੇ ਨਾਲ ਮੈਂ ਧਨੀ ਹੋ ਜਾਂਦਾ। ਉਸ ਨੇ ਧਰਤੀ ਦੀਆਂ ਸਾਰੀਆਂ ਹੱਦਾਂ ਨੂੰ ਮੇਰੇ ਲਈ ਠਹਿਰਾਇਆ ਕਿ ਮੈਂ ਉਸ ਦੇ ਵਿੱਚ ਉਹ ਮੇਰੇ ਲਈ ਢਾਲ ਬਣ ਜਾਏ। ਇਹਦਾ ਮਤਲਬ ਪਰਮੇਸ਼ਰ ਦਾ ਇਹ ਵਚਨ ਜਿਹੜਾ ਉਸ ਦੇ ਆਤਮਾ ਦੇ ਰਾਹੀਂ ਮੈਨੂੰ, ਜਿਹੜਾ ਪਰਮੇਸ਼ਰ ਪੁੱਤਰ ਦੀ ਕੁਰਬਾਨੀ ਦੇ ਰਾਹੀਂ ਵਿਸ਼ਵਾਸ ਕਰਨ ਦੇ ਨਾਲ ਮੈਨੂੰ ਮਿਲਿਆ, ਉਹ ਮੇਰੇ ਲਈ ਢਾਲ ਬਣ ਜਾਂਦਾ ਹੈ। ਕਾਹਦੇ ਲਈ? ਮੈਨੂੰ ਬਾਹਰੀ ਗੱਲਾਂ ਤੋਂ ਬਚਾਉਣ ਦੇ ਲਈ, ਅੰਦਰੂਨੀ ਗੱਲਾਂ ਦੇ ਨਾਲ ਤ੍ਰਿਪਤ ਹੋਣ ਦੇ ਲਈ। ਔਰ ਇਹ ਤ੍ਰਿਪਤੀ ਪਰਮੇਸ਼ਰ ਦਾ ਵਚਨ ਹੀ ਦੇ ਸਕਦਾ ਹੈ। ਪਰਮੇਸ਼ਰ ਪੁੱਤਰ ਇੱਕ ਗੱਲ ਹੋਰ ਕਹਿੰਦਾ ਹੈ, ਮੈਂ ਆਪ ਦੇ ਲਈ ਪੜ੍ਹ ਰਿਹਾ, ਯਹੋਨਾ ਦੀ ਅੰਜੀਲ 6 ਅਧਿਆਏ ਉਸ ਦੀ 32 ਆਇਤ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਕੁਝ ਇਸ ਤਰ੍ਹਾਂ ਆਖਿਆ ਹੈ। 6 ਦਾ 32 ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਇੱਥੇ ਪਰਮੇਸ਼ਰ ਦਾ ਵਚਨ ਕਹਿੰਦਾ ਹੈ, ਉਪਰੰਤ ਯਿਸੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਹਾਂ, ਮੂਸਾ ਨੇ ਤੁਹਾਨੂੰ ਆਕਾਸ਼ੋਂ ਰੋਟੀ ਨਹੀਂ ਦਿੱਤੀ, ਪਰ ਮੇਰਾ ਪਿਤਾ ਤੁਹਾਨੂੰ ਸਵਰਗੋਂ ਸੱਚੀ ਰੋਟੀ ਦਿੰਦਾ ਹੈ। ਕਿਉਂਕਿ ਪਰਮੇਸ਼ਰ ਦੀ ਰੋਟੀ ਉਹ ਹੈ ਜੋ ਸਵਰਗੋਂ ਉਤਰਦੀ ਹੈ ਅਤੇ ਸੰਸਾਰ ਨੂੰ ਜਿਉਣ ਦਿੰਦੀ ਹੈ। ਉਹ ਹੈ ਪ੍ਰਭੂ ਯਿਸੂ ਮਸੀਹ, ਜਿਹਨੇ ਮੈਨੂੰ ਜੀਵਨ ਦਿੱਤਾ ਹੈ। ਇਹਦਾ ਮਤਲਬ ਪਰਮੇਸ਼ਰ ਦੀ ਉਤਰੀ ਹੋਈ ਰੋਟੀ ਪ੍ਰਭੂ ਯਿਸੂ ਮਸੀਹ ਮੈਨੂੰ ਜੀਵਨ ਦਿੰਦਾ ਹੈ, ਜਿਸ ਦੇ ਰਾਹੀਂ ਮੈਨੂੰ ਪਰਮੇਸ਼ਰ ਦੇ ਰਾਹੀਂ ਜੋ ਜੀਵਨ ਮਿਲਿਆ ਹੈ, ਜਿਸ ਨੇ ਮੇਰੇ ਆਤਮਾ ਨੂੰ ਆਪਣਾ ਧਨ ਦਿੱਤਾ ਹੈ, ਅਮੋਲਕ ਧਨ ਦਿੱਤਾ ਹੈ, ਕਿ ਉਹ ਪਰਮੇਸ਼ਰ ਜਿਸ ਨੇ ਮੇਰੇ ਲਈ ਇੰਨਾ ਕੁਝ ਕੀਤਾ ਹੈ ਕਿ ਉਹ ਧੰਨਵਾਦ ਅਤੇ ਵਡਿਆਈ ਦੇ ਯੋਗ ਨੇ, ਪ੍ਰਸ਼ੰਸਾ ਦੇ ਯੋਗ ਨੇ। ਇਸੇ ਕਰਕੇ ਤਾਂ ਆਗੂਰ ਨੇ ਕਿਹਾ ਸੀ, ਮੈਨੂੰ ਨਾ ਤਾਂ ਗਰੀਬੀ ਦੇਈ, ਨਾ ਮੈਨੂੰ ਧਨ ਦੇਈ, ਸਿਰਫ ਲੋੜ ਜੋਗੀ ਰੋਟੀ। ਉਹ ਲੋੜ ਜੋਗੀ ਰੋਟੀ ਪਰਮੇਸ਼ਰ ਨੇ ਆਪਣੇ ਪੁੱਤਰ ਦੇ ਰਾਹੀਂ ਮੈਨੂੰ ਦਿੱਤੀ ਕਿ ਮੈਂ ਉਸ ਵਿੱਚ ਤ੍ਰਿਪਤ ਰਹਾਂ, ਸੰਤੁਸ਼ਟ ਰਹਾਂ। ਸੰਤੁਸ਼ਟ, ਜਿਸ ਨੇ ਮੈਨੂੰ ਸੰਤੁਸ਼ਟੀ ਦਿੱਤੀ ਹੈ ਕਿ ਉਹ ਉਸਤਤ ਅਤੇ ਵਡਿਆਈ ਦੇ ਯੋਗ ਨੇ। ਸੰਤੁਸ਼ਟੀ ਸਾਨੂੰ, ਅਸੰਤੁਸ਼ਟੀ ਸਾਨੂੰ ਗਰੀਬ ਬਣਾਉਂਦੀ ਹੈ, ਜਦ ਕਿ ਸੰਤੁਸ਼ਟੀ ਸਾਨੂੰ ਧਨੀ ਬਣਾਉਂਦੀ ਹੈ। ਔਰ ਇਹ ਸੰਤੁਸ਼ਟੀ ਮੈਨੂੰ ਪਰਮੇਸ਼ਰ ਨੇ ਆਪਣੇ ਪੁੱਤਰ ਦੇ ਰਾਹੀਂ ਦਿੱਤੀ ਹੈ, ਜਿਸ ਵਿੱਚ ਮੈਂ ਧਨੀ ਹਾਂ, ਆਤਮਾ ਵਿੱਚ ਧਨੀ ਹਾਂ। ਮੈਂ ਉਸ ਦਿੱਤੀ ਹੋਈ ਉਸ ਦੀ ਸੰਤੁਸ਼ਟੀ ਔਰ ਉਸ ਆਤਮਾ ਦੇ ਵਿੱਚ ਦਿੱਤੇ ਹੋਏ ਧਨ ਦੇ ਲਈ ਪਰਮੇਸ਼ਰ ਦਾ ਧੰਨਵਾਦ ਦਿੰਦਾ ਹਾਂ, ਪਰਮੇਸ਼ਰ ਦੀ ਮਹਿਮਾ ਕਰਦਾ ਹਾਂ, ਪਰਮੇਸ਼ਰ ਦੀ ਵਡਿਆਈ ਕਰਦਾ ਹਾਂ। ਪਰਮੇਸ਼ਰ ਆਪ ਨੂੰ ਵੀ ਉਸ ਦੀ ਇਸ ਵਚਨ ਦੇ ਨਾਲ ਵਡਿਆਈ ਕਰਨ ਦੇ ਲਈ ਮਦਦ ਕਰੇ। ਸਾਰਿਆਂ ਨੂੰ ਜੈ ਮਸੀਹ ਦੀ।